परम सत्कारयोग साध संगत जी, सारे ही रसना पवित्र कर लईए ते आखिए धन श्री सतगुरु जगजीत सिंह जी। धन श्री सतगुरु उदय सिंह जी। साध संगत जी, अज दी साखी दा सिरलेख है दसवंध देण नाल ही देह अरोगता। साखी संबंधित है संत कंवलजीत सिंह पनेसर, बर्मिंघम। कंवलजीत सिंह पनेसर संत करतार सिंह पनेसर का लड़का ते संत प्रताप सिंह पनेसर का पोतरा है। बड़ा सिदकी परिवार है। सच्चे पातशाह जी के हुक्मां नूं मन के बड़ी खुशी महसूस करता है। संत कंवलजीत सिंह जिहड़ी साखी सुणाउण लगे हन, यह साखी उन्हां दी भूआ दी है। संत कंवलजीत सिंह जी की भूआ श्री भैणी साहिब भी विआही हुई सी। यह साखी भूआ के पोतरे संत निर्मल सिंह मठारू दी है। संत निर्मल सिंह होरी श्री भैणी साहिब तो लुधियाने आ वसे हन। जिन्नी देर वो भैणी साहिब रहे, सारा परिवार ही बाणा पाउंदा रहा। पर लुधियाने आके उन्होंने अपना बाणा बदल लिया। सिर ते दस्तार भी नोक वालियां बन लईयां। सिर ते दस्तारां भी नोक वालियां बन लईयां। एक बारी संत निर्मल सिंह दे मन विच आया कि वो सच्चे पातशाह जी दे चरण पाउण। लुधियाने आके उन्हां दा कामकार बहुत वध चुका सी। उन्हां ने लकड़ी यानी फर्नीचर का बहुत वड्डा शोरूम बना लिया सी। उन्हां ने सच्चे पातशाह जी दे चरणों विच घर चरण पाउण लई अर्ज बेनती कीती। पर कुछ कु प्रबंधकां ने कहा, सच्चे पातशाह जी कोल चरण पाउण लई अजे वक्त नहीं है। संत निर्मल सिंह होरी अंदरों कुछ निराश जे होके चुप करके बैठ गए। काफ़ी समय बाद सच्चे पातशाह जी एक बारी उत्थों दी लंघ रहे सन तां पातशाह जी ने वड्डे सारे शोरूम विच निर्मल सिंह होरां नूं बैठिया वेख्या तां पातशाह जी ने गड्डी रोकण दा हुक्म कीता। गड्डी रुकी। पातशाह जी बाहर निकलदियां ही बचन कीता, ये तां सारे अपने ही आदमी हन, जदकि वो बाणा बदल चुके सन। पातशाह जी शोरूम विच चरण पाए। निर्मल सिंह होरां ने आदर सत्कार तां पूरा किया, पर हुक्म ना मन्निया। हुक्म सी 1 लाख रुपया दो। निर्मल सिंह होरां ने कहा, जी पैसे तां कोल नहीं हन। पातशाह जी ने वारी वारी 50,000 रुपए फिर होर घट पैसे देण दा हुक्म किया, पर वो कोई भी पैसे देण लई ना मन्ने। सतगुरु जी ते सबना दा भला मनाएदा वाली गल सी। ਉਹ ਤਾਂ ਉਹਨਾਂ ਨੂੰ ਕਿਸੇ ਆਉਣ ਵਾਲੇ ਕਸ਼ਟ ਤੋਂ ਬਚਾ ਰਹੇ ਸਨ। ਪਰ ਮੂਰਖ ਲੋਕ ਸਮਝਦੇ ਹਨ ਕਿ ਇਹ ਸਾਡੇ ਕੋਲੋਂ ਪੈਸੇ ਮੰਗਦੇ ਹਨ। ਸੱਚੇ ਪਾਤਸ਼ਾਹ ਜੀ ਉੱਥੋਂ ਆ ਗਏ। ਥੋੜ੍ਹੇ ਚਿਰ ਬਾਅਦ ਹੀ ਨਿਰਮਲ ਸਿੰਘ ਦੇ ਘਰੋਂ ਬੀਬੀ ਨੂੰ ਦਿਲ ਦੀ ਤਕਲੀਫ ਤੇ ਕਈ ਹੋਰ ਤਕਲੀਫਾਂ ਹੋ ਗਈਆਂ। ਬੜਾ ਹੀ ਇਲਾਜ ਕਰਵਾਇਆ, ਪਰ ਕੋਈ ਫਰਕ ਹੀ ਨਾ ਪਵੇ। ਹੁਣ ਸਮਝ ਆਈ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਹੁਕਮ ਨਹੀਂ ਸੀ ਮੰਨਿਆ। ਉਹਨਾਂ ਨੇ ਸ਼੍ਰੀ ਭੈਣੀ ਸਾਹਿਬ ਜਾ ਕੇ ਸੱਚੇ ਪਾਤਸ਼ਾਹ ਜੀ ਕੋਲ ਬੀਬੀ ਦੀ ਬਿਮਾਰੀ ਬਾਰੇ ਅਰਜ਼ ਕੀਤੀ। ਫਿਰ ਉਹ ਹੁਕਮ ਸੀ 1 ਲੱਖ ਰੁਪਇਆ ਦਿਓ। ਉਹਨਾਂ ਨੇ 1 ਲੱਖ ਰੁਪਇਆ ਦੇ ਦਿੱਤਾ ਤੇ ਬੀਬੀ ਠੀਕ ਹੋਣੀ ਸ਼ੁਰੂ ਹੋ ਗਈ। ਨਾਲ ਹੀ ਹੁਕਮ ਕੀਤਾ, ਜੇ ਦਸਵੰਧ ਦਿੰਦੇ ਰਹੋਗੇ ਤਾਂ ਠੀਕ ਹੀ ਰਹੋਗੇ। ਸੋ ਨਿਰਮਲ ਸਿੰਘ ਹੋਰੀ ਜਦੋਂ ਤੱਕ ਦਸਵੰਧ ਦੇਈ ਜਾਣ, ਬੀਬੀ ਜੀ ਠੀਕ ਰਹਿਣ, ਤੇ ਜਦੋਂ ਦਸਵੰਧ ਦੇਣਾ ਬੰਦ ਕਰ ਦੇਣ ਤਾਂ ਬੀਬੀ ਫਿਰ ਉਸੇ ਤਰ੍ਹਾਂ ਹੀ ਬਿਮਾਰ ਰਹਿਣ ਲੱਗ ਪਵੇ। ਸਾਧ ਸੰਗਤ ਜੀ, ਉਸ ਵਕਤ ਵੀ ਨਿਰਮਲ ਸਿੰਘ ਹੋਰਾਂ ਦੀ ਮਹੀਨੇ ਦੀ ਸੇਲ 10 ਲੱਖ ਸੀ। ਸੋ ਸਤਿਗੁਰੂ ਜੀ ਤੇ ਇੱਕ ਕੋਲੋਂ ਮਾਇਆ ਲੈ ਕੇ ਦੂਜੇ ਨੂੰ ਦੇ ਕੇ ਆਈ ਚਲਾਈ ਕਰਦੇ ਹਨ ਤੇ ਕਈਆਂ ਦੇ ਕਸ਼ਟ ਦੂਰ ਕਰਦੇ ਹਨ। ਉਹ ਤੇ ਸਰਬੱਤ ਦੇ ਭਲੇ ਨੂੰ ਹੀ ਮੁੱਖ ਰੱਖਦੇ ਹਨ। ਇੱਕ ਹੋਰ ਸਾਖੀ ਹੈ, ਕੰਵਲਜੀਤ ਪਨੇਸਰ ਦੀ ਆਪਣੀ ਸਾਖੀ ਹੈ। ਸੱਚੇ ਪਾਤਸ਼ਾਹ ਜੀ ਦਾ ਇੰਗਲੈਂਡ ਦਾ ਦੌਰਾ ਸੀ। ਉੱਥੇ ਉਹਨਾਂ ਨੇ ਕਿਸੇ ਨੌਜਵਾਨ ਲੜਕੇ ਨੂੰ ਨਾਮਧਾਰੀ ਬਾਣਾ ਪਾਉਣ ਦਾ ਹੁਕਮ ਕੀਤਾ। ਉਹਨਾਂ ਨੇ ਬੜੀ ਨਾਂਹ ਨੁੱਕਰ ਕੀਤੀ ਤੇ ਬਹਾਨੇ ਬਣਾਏ ਕਿ ਕੰਮ ਤੇ ਜਾਣਾ ਹੁੰਦਾ ਹੈ, ਕੰਮ ਤੇ ਨਾਮਧਾਰੀ ਬਾਣਾ ਨਹੀਂ ਚੱਲਦਾ। ਕੰਵਲਜੀਤ ਸਿੰਘ ਪਨੇਸਰ ਇਹ ਸਾਰਾ ਕੁਝ ਦੇਖ ਰਿਹਾ ਸੀ। ਉਸ ਦੇ ਮਨ ਵਿੱਚ ਆਇਆ ਕਿ ਜੇ ਪਾਤਸ਼ਾਹ ਜੀ ਉਸ ਨੂੰ ਇਹ ਹੁਕਮ ਕਰਦੇ ਤਾਂ ਉਹ ਝਟਪਟ ਹੀ ਹਾਂ ਕਰ ਦਿੰਦਾ। ਕੁਝ ਚਿਰ ਬਾਅਦ ਉਹ ਦਿੱਲੀ ਆਏ। ਦਿੱਲੀ ਵਿਦਿਅਕ ਸੰਮੇਲਨ ਸੀ।
ਕੰਵਲਜੀਤ ਸਿੰਘ ਨੇ ਨਮਸਕਾਰ ਕੀਤੀ। ਪਾਤਸ਼ਾਹ ਜੀ ਨੇ ਹੁਕਮ ਕੀਤਾ, ਨਾਮਧਾਰੀ ਬਾਣਾ ਪਾਇਆ ਕਰੋ। ਕੰਵਲਜੀਤ ਸਿੰਘ ਪਨੇਸਰ ਨੂੰ ਫਿਰ ਹੁਕਮ ਕੀਤਾ, ਬੱਚੇ ਵੀ ਨਾਲ ਲੈ ਕੇ ਸਾਰੇ ਸੰਮੇਲਨ ਵਿੱਚ ਇੱਥੇ ਹੀ ਰਹਿ ਕੇ ਹਾਜ਼ਰੀ ਭਰਨੀ ਹੈ। 7 ਬਚਨ ਕਹਿ ਕੰਵਲਜੀਤ ਪਨੇਸਰ ਸਾਰਾ ਸੰਮੇਲਨ ਹੀ ਉੱਥੇ ਰਿਹਾ। ਪਾਤਸ਼ਾਹ ਜੀ ਨੇ ਇਸ ਦੌਰਾਨ ਬਾਣਾ ਪਾਉਣ ਦਾ ਵੀ ਹੁਕਮ ਕੀਤਾ, ਕਿਉਂਕਿ ਪਨੇਸਰ ਦੀ ਘਰਵਾਲੀ ਵੀ ਕਹੇ ਕਿ ਤੁਸੀਂ ਪਾਤਸ਼ਾਹ ਜੀ ਨੂੰ ਕਹਿਣਾ ਸੀ ਕਿ ਡਿਊਟੀ 'ਤੇ ਜਾਣਾ ਹੁੰਦਾ ਹੈ। ਪਨੇਸਰ ਜੀ ਦੇ ਪਿਤਾ ਜੀ ਨੇ ਵੀ ਥੋੜ੍ਹੀ ਨਾਂਹ ਨੁੱਕਰ ਹੀ ਕਰਨ ਲਈ ਕਿਹਾ। ਫਿਰ ਇੱਕ ਦਿਨ ਦੀਵਾਨ ਦੇ ਭੋਗ ਤੋਂ ਬਾਅਦ ਪਾਤਸ਼ਾਹ ਜੀ ਹੁਕਮ ਕੀਤਾ, ਜੇ ਤੂੰ ਇਹ ਕੱਪੜੇ ਪਾਉਂਦਾ ਹੁੰਦਾ ਤਾਂ ਮੈਂ ਖੜਾ ਕਰਕੇ ਸਾਰੀ ਸਾਧ ਸੰਗਤ ਨੂੰ ਵਿਖਾ ਕੇ ਕਹਿੰਦਾ ਕਿ ਇਹ ਬੱਚਾ ਇੰਗਲੈਂਡ ਵਿਖੇ ਰਹਿੰਦਾ ਹੋਇਆ ਵੀ ਨਾਮਧਾਰੀ ਬਾਣੇ ਵਿੱਚ ਰਹਿੰਦਾ ਹੈ। ਹੁਣ ਕੰਵਲਜੀਤ ਸਿੰਘ ਨੇ 7 ਬਚਨ ਕਹਿ ਆਪਣਾ ਪੱਕਾ ਮਨ ਬਣਾ ਲਿਆ ਤੇ ਲੱਗਾ ਬਾਣਾ ਪਾਉਣ। ਇੰਗਲੈਂਡ ਜਾ ਕੇ ਤੇ ਮਨ ਵਿੱਚ ਘੁਮੰਡ ਕਿ ਸੱਚੇ ਪਾਤਸ਼ਾਹ ਜੀ ਇੰਗਲੈਂਡ ਆ ਕੇ ਜਦੋਂ ਉਸਨੂੰ ਬਾਣਾ ਪਾਉਂਦੇ ਨੂੰ ਵੇਖਣਗੇ ਤਾਂ ਕਿੰਨਾ ਖੁਸ਼ ਹੋਣਗੇ। ਸੱਚੇ ਪਾਤਸ਼ਾਹ ਜੀ ਦਾ ਦੌਰਾ ਇੰਗਲੈਂਡ ਦਾ ਹੋਇਆ। ਪੂਰੇ ਦੌਰੇ ਦੌਰਾਨ ਪਾਤਸ਼ਾਹ ਜੀ ਨੇ ਪਨੇਸਰ ਵੱਲ ਵੇਖਿਆ ਤੱਕ ਵੀ ਨਾ। ਕੰਵਲਜੀਤ ਬੜਾ ਉਦਾਸ ਹੋਇਆ। ਨਾਲੇ ਉਸਨੂੰ ਸਮਝ ਆਈ ਕਿ ਬਾਣਾ ਪਾਉਂਦਾ ਹੈ ਤਾਂ ਉਹ ਕੋਈ ਬਹੁਤ ਵੱਡਾ ਕੰਮ ਤੇ ਨਹੀਂ ਕਰ ਰਿਹਾ। ਸੋ ਇਹ ਗੱਲ ਮਨ ਵਿੱਚ ਆਉਣ ਦੀ ਦੇਰ ਹੀ ਸੀ ਕਿ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਵਾਪਸ ਇੰਡੀਆ ਆਉਣਾ ਸੀ। ਜਾਂਦੇ ਜਾਂਦੇ ਕੰਵਲਜੀਤ ਸਿੰਘ ਵੱਲ ਇਸ਼ਾਰਾ ਜਿਹਾ ਕਰ ਗਏ, ਜਿਵੇਂ ਇਸ਼ਾਰੇ ਨਾਲ ਹੀ ਪੁੱਛ ਗਏ, ਇਹੀ ਬਸਤਰ ਪਾਉਂਦਾ ਹੈ ਨਾ? ਠੀਕ ਹੈ। ਕੰਵਲਜੀਤ ਸਿੰਘ ਗਦਗਦ ਹੋ ਉੱਠਿਆ। ਫਿਰ ਇੱਕ ਵਾਰੀ ਸੱਚੇ ਪਾਤਸ਼ਾਹ ਜੀ ਦਾ ਇੰਗਲੈਂਡ ਦਾ ਦੌਰਾ ਸੀ। ਕੰਵਲਜੀਤ ਸਿੰਘ ਨੂੰ ਹੁਕਮ ਹੋਇਆ ਮਾਇਆ ਦੇਣ ਦਾ। ਇਸੇ ਤਰ੍ਹਾਂ ਹੀ 2-3 ਵਾਰੀ ਕੰਵਲਜੀਤ ਸਿੰਘ ਹੋਰਾਂ ਨੂੰ ਹੀ ਹੁਕਮ ਹੋਇਆ ਕਰੇ। ਕੰਵਲਜੀਤ ਸਿੰਘ ਨੂੰ ਮਾਇਆ ਦੇਣ ਦਾ ਤੇ ਕੋਈ ਗਿਲਾ ਨਹੀਂ ਸੀ, ਪਰ ਇਹ ਘਮੰਡ ਜ਼ਰੂਰ ਆ ਗਿਆ ਕਿ ਮਾਇਆ ਦਾ ਹੁਕਮ ਸਿਰਫ ਉਹਨਾਂ ਨੂੰ ਹੀ ਲੱਗਦਾ ਹੈ। ਇੱਕ ਵਾਰੀ ਪਾਤਸ਼ਾਹ ਜੀ ਨੇ ਪੁੱਛਿਆ, ਕੰਵਲਜੀਤ ਤੇਰੇ ਕੋਲ ਕਿੰਨੇ ਕੁ ਪੈਸੇ ਹਨ? ਕੰਵਲਜੀਤ ਕੋਲ ਪੈਸੇ ਹੈ ਤਾਂ ਸਨ, ਪਰ ਉਸ ਨੇ ਜਾਣ ਬੁੱਝ ਕੇ ਘੱਟ ਹੀ ਦੱਸੇ। ਫਿਰ ਸੱਚੇ ਪਾਤਸ਼ਾਹ ਜੀ ਦੀਵਾਨ ਵਿੱਚ ਗਏ। ਉੱਥੇ ਸੁਰਜੀਤ ਸਿੰਘ ਸੂਰਧਰ ਨੂੰ 5000 ਪਾਉਂਡ ਦੇਣ ਲਈ ਕਿਹਾ। ਸੁਰਜੀਤ ਸਿੰਘ ਕੋਲ ਉਸ ਵਕਤ ਪੂਰੀ ਮਾਇਆ ਨਹੀਂ ਸੀ। ਉਸਨੇ ਕਿਹਾ ਕਿ ਅੱਜ ਬੈਂਕ ਬੰਦ ਹਨ ਤੇ ਮੈਂ ਪਰਸੋਂ ਨੂੰ ਬਾਕੀ ਮਾਇਆ ਦੇ ਦਿਆਂਗਾ। ਸੱਚੇ ਪਾਤਸ਼ਾਹ ਜੀ ਨੇ ਬਾਹਰੋਂ ਕੰਵਲਜੀਤ ਨੂੰ ਅੰਦਰ ਸੱਦਿਆ ਤੇ ਹੁਕਮ ਕੀਤਾ, ਤੂੰ ਇਹਦੀ ਬਕਾਇਆ ਰਕਮ ਦੇ ਦੇ, ਇਹ ਤੈਨੂੰ ਪਰਸੋਂ ਦੇ ਦੇਵੇਗਾ। ਸਾਧ ਸੰਗਤ ਜੀ, ਇੱਕ ਤੇ ਕੰਵਲਜੀਤ ਨੇ ਜਿੰਨੀ ਮਾਇਆ ਦਾ ਲੁਕੋ ਕੀਤਾ ਸੀ, ਮੇਰੇ ਕੋਲ ਇੰਨੀ ਹੀ ਮਾਇਆ ਹੈ, ਉਸ ਨੂੰ ਉਹੀ ਜ਼ਾਹਰ ਕਰਨੀ ਪਈ। ਦੂਸਰਾ, ਉਹਦਾ ਘਮੰਡ ਟੁੱਟ ਗਿਆ, ਕਿਉਂਕਿ ਜਿਨ੍ਹਾਂ ਦੇ ਕੰਮਕਾਰ ਜਰਾ ਕੁ ਢਿੱਲੇ ਸਨ ਉਹ 5-5000 ਪਾਉਂਡ ਦੇ ਰਹੇ ਸਨ ਤੇ ਕੰਵਲਜੀਤ ਹੋਰੀ ਸਿਰਫ 2000 ਪਾਉਂਡ। ਫਿਰ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੌਰੇ ਤੇ ਹੀ ਜਿਸ ਨੂੰ ਵੀ ਹੁਕਮ ਕੀਤਾ ਮਾਇਆ ਦੇਣ ਦਾ, ਉਸ ਨੂੰ ਨਾਲ ਹੀ ਇਹ ਵੀ ਹੁਕਮ ਕੀਤਾ ਕਿ ਇਹ ਮਾਇਆ ਤੁਸੀਂ ਕੰਵਲਜੀਤ ਨੂੰ ਦੇ ਦੇਣੀ। ਕੰਵਲਜੀਤ ਨੇ ਫਿਰ ਉਹ ਮਾਇਆ ਪਾਤਸ਼ਾਹ ਜੀ ਨੂੰ ਮੱਥਾ ਟੇਕਣੀ। ਕਿਸੇ ਸਿੱਖ ਨੇ ਪਾਤਸ਼ਾਹ ਜੀ ਨੂੰ ਮਾਇਆ ਰੱਖ ਕੇ ਮੱਥਾ ਟੇਕਿਆ। ਕੰਵਲਜੀਤ ਸਿੰਘ ਜਰਾ ਕੁ ਬਾਹਰ ਬੈਠਾ ਹੋਇਆ ਸੀ। ਪਾਤਸ਼ਾਹ ਜੀ ਨੇ ਸਾਰੇ ਪਾਸੇ ਨਜ਼ਰ ਦੌੜਾ ਕੇ ਕੰਵਲਜੀਤ ਸਿੰਘ ਨੂੰ ਸੱਦਿਆ। ਮਾਇਆ ਚੁੱਕਣ ਲਈ ਹੁਕਮ ਕੀਤਾ। ਕੋਲ ਸੇਵਕ ਰਛਪਾਲ ਸਿੰਘ ਜੀ ਵੀ ਬੈਠੇ ਸਨ। ਉਹ ਵੀ ਮਾਇਆ ਚੁੱਕ ਸਕਦੇ ਸਨ, ਪਰ ਕੰਵਲਜੀਤ ਦਾ ਮਾਣ ਤੋੜਨਾ ਸੀ। ਹੁਣ ਕੰਵਲਜੀਤ ਸਿੰਘ ਨੂੰ ਪਤਾ ਲੱਗਾ ਕਿ ਲੋਕੀ ਕਿੱਦਾਂ ਤੇ ਕਿੰਨੀ ਮਾਇਆ ਮੱਥਾ ਟੇਕਦੇ ਹਨ। ਫਿਰ ਇੰਡੀਆ ਆਉਂਦੇ ਵਕਤ ਸੱਚੇ ਪਾਤਸ਼ਾਹ ਜੀ ਨੇ ਕੰਵਲਜੀਤ ਦੇ ਸਾਹਮਣੇ ਬਚਨ ਕੀਤਾ, ਇਹ ਮਾਇਆ ਤੇ ਆਉਣੀ ਜਾਣੀ ਹੈ। ਪਰਮਾਤਮਾ ਮਾਇਆ ਦਿੰਦਾ ਹੀ ਉਸਨੂੰ ਹੈ ਜਿਸ ਕੋਲੋਂ ਉਸਨੇ ਲੈਣੀ ਹੁੰਦੀ ਹੈ। ਭਾਵ ਮਾਇਆ ਤੇ ਹੈ ਹੀ ਭਗਵਾਨ ਦੀ, ਉਹ ਇੱਕ ਕੋਲੋਂ ਲੈ ਕੇ ਦੂਸਰੇ ਦੇ ਕੰਮ ਸਾਰਦਾ ਹੈ। ਹੁਣ ਕੰਵਲਜੀਤ ਸਿੰਘ ਨੂੰ ਸਮਝ ਆਈ, ਉਹਦਾ ਸਾਰਾ ਹੰਕਾਰ ਟੁੱਟ ਗਿਆ। ਹੁਣ ਉਸਦਾ ਮਨ ਬਣ ਗਿਆ ਕਿ ਇਹ ਸਾਰਾ ਕੁਝ ਸਤਿਗੁਰੂ ਜੀ ਦਾ ਹੀ ਹੈ। ਕੰਵਲਜੀਤ ਸਿੰਘ ਦੇ ਪਿਤਾ ਜੀ ਕਰਤਾਰ ਸਿੰਘ ਪਨੇਸਰ ਦੇ ਦਿਲ ਵਿੱਚ ਬਹੁਤ ਦਰਦ ਹੋਣ ਲੱਗ ਪਿਆ।
ਕਰਤਾਰ ਸਿੰਘ ਹੋਰੀ 2-3 ਮਹੀਨੇ ਲੁਧਿਆਣਾ ਤੇ 2-3 ਮਹੀਨੇ ਇੰਗਲੈਂਡ ਰਹਿੰਦੇ ਸਨ। ਲੁਧਿਆਣੇ ਡਾਕਟਰਾਂ ਨੇ ਸਾਰੇ ਟੈਸਟ ਕੀਤੇ, ਦਰਦ ਬਹੁਤ ਸੀ। ਇੰਗਲੈਂਡ ਲੈ ਗਏ, ਉੱਥੇ ਵੀ ਡਾਕਟਰਾਂ ਨੇ ਚੈੱਕਅਪ ਕੀਤਾ ਤੇ ਦੱਸਿਆ ਕਿ ਫੇਫੜੇ ਦੇ ਪਿੱਛੇ ਮਾਸ ਵਧਿਆ ਹੋਇਆ ਹੈ, ਇਸ ਕਰਕੇ ਦਿਲ ਵਿੱਚ ਦਰਦ ਹੈ, ਭਾਵ ਕੈਂਸਰ ਹੈ ਫੇਫੜਿਆਂ ਦਾ। ਸੱਚੇ ਪਾਤਸ਼ਾਹ ਜੀ ਨੇ ਅਚਾਨਕ ਹੀ ਸੰਗੀਤ ਦਾ ਪ੍ਰੋਗਰਾਮ ਰੱਖ ਲਿਆ ਤੇ ਕਵਲਜੀਤ ਸਿੰਘ ਹੋਰਾਂ ਦੇ ਘਰ ਚਰਨ ਪਾਏ। ਸੱਚੇ ਪਾਤਸ਼ਾਹ ਜੀ ਨੇ ਚਰਨ ਪਾ ਕੇ ਕਵਲਜੀਤ ਸਿੰਘ ਦੇ ਪਿਤਾ ਜੀ ਦਾ ਹਾਲ ਚਾਲ ਪੁੱਛਿਆ, ਜਿਹੜੇ ਕਿ ਬੜੀ ਤਕਲੀਫ ਵਿੱਚ ਸਨ। ਕਵਲਜੀਤ ਨੇ ਦੱਸਿਆ ਕਿ ਉਹਨਾਂ ਦਾ ਸਾਰਾ ਮੈਡੀਕਲ ਚੈੱਕਅਪ ਹੋ ਚੁੱਕਿਆ ਹੈ, ਅੱਜ ਦੁਪਹਿਰ 2 ਵਜੇ ਤੋਂ ਬਾਅਦ ਰਿਪੋਰਟਾਂ ਮਿਲਣੀਆਂ ਹਨ। ਤਾਂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਕੋਈ ਗੱਲ ਨਹੀਂ, ਦਿਖਾ ਦਿਓ। ਸੱਚੇ ਪਾਤਸ਼ਾਹ ਜੀ ਠੀਕ ਹੀ ਕਰਨਗੇ। ਦੁਪਹਿਰ 2 ਵਜੇ ਕਰਤਾਰ ਸਿੰਘ ਪਨੇਸਰ ਦੀਆਂ ਰਿਪੋਰਟਾਂ ਮਿਲੀਆਂ ਤੇ ਰਿਪੋਰਟਾਂ ਬਿਲਕੁਲ ਠੀਕ ਠਾਕ, ਕਿਤੇ ਕੋਈ ਨੁਕਸ ਹੀ ਨਹੀਂ ਸੀ। ਸਾਰੇ ਦੇ ਸਾਰੇ ਡਾਕਟਰ ਹੈਰਾਨ। ਉਹਨਾਂ ਨੇ 2-3 ਵਾਰੀ ਟੈਸਟ ਕੀਤਾ, ਪਰ ਕਿਤੇ ਕਿਸੇ ਮਾਸ ਵਧਣ ਦਾ ਨਾਮੋ ਨਿਸ਼ਾਨ ਨਹੀਂ ਸੀ। ਇੱਕ ਵਾਰੀ ਕਵਲਜੀਤ ਸਿੰਘ ਤੇ ਉਹਨਾਂ ਦੇ ਭਰਾ ਸੂਬਾ ਜੀ ਇੰਡੀਆ ਲੁਧਿਆਣੇ ਆਏ ਹੋਏ ਸਨ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਨਵੀਂ ਦੁਕਾਨ ਖਰੀਦੀ ਸੀ, ਉਸ ਵਿੱਚ ਚਰਨ ਪਵਾਏ। ਪਾਤਸ਼ਾਹ ਜੀ ਨੇ ਉਹਨਾਂ ਨੂੰ ਇੱਕ ਪਾਸੇ ਕਰਕੇ ਕਿਹਾ, 2 ਲੱਖ ਰੁਪਇਆ ਥੋੜ੍ਹੇ ਵਕਤ ਲਈ ਦੇ ਸਕਦੇ ਹੋ ਤੇ ਦੇ ਦਿਓ। ਸੂਬਾ ਜੀ ਨੂੰ ਹੁਕਮ ਸੀ। ਸੂਬਾ ਜੀ ਚੁੱਪ ਰਹੇ, ਪਰ ਕਵਲਜੀਤ ਸਿੰਘ ਨੰਬਰ ਲੈ ਗਿਆ। ਉਸਨੇ ਦੁਕਾਨ ਲਈ ਸਾਮਾਨ ਵਗੈਰਾ ਖਰੀਦਣਾ ਸੀ। ਉਸ ਕੋਲ 2000 ਪੌਂਡ ਹੈ ਸੀ। ਉਸਨੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਜੀ ਮੇਰੇ ਕੋਲ ਸਿਰਫ 2000 ਪੌਂਡ ਹੈ, ਉਹ ਹਾਜ਼ਰ ਹੈ ਜੀ। ਕਵਲਜੀਤ ਸਿੰਘ ਨੇ ਉਹ 2000 ਪੌਂਡ ਸੇਵਕ ਰਛਪਾਲ ਸਿੰਘ ਜੀ ਨੂੰ ਦੇ ਦਿੱਤਾ। ਹੁਣ ਉਹਨਾਂ ਨੇ ਵਾਪਸ ਜਾਣਾ ਸੀ। ਸ਼੍ਰੀ ਭੈਣੀ ਸਾਹਿਬ ਦਰਸ਼ਨ ਕਰਨ ਗਏ। ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਦੇ ਉੱਤੋਂ ਦੀ ਵੇਖ ਕੋਠੀ ਦੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਕਵਲਜੀਤ ਸਿੰਘ ਦੇ ਫਿਰ ਮਨ ਵਿੱਚ ਵਿਚਾਰ ਆਇਆ ਕਿ ਪੈਸੇ ਚਾਹੀਦੇ ਹੋਣੇ ਹਨ। ਭਰਾ ਸੂਬਾ ਜੀ ਦੇ ਮਨ ਵਿੱਚ ਆਇਆ ਕਿ ਜੋ ਹੁਕਮ ਕਰਨਗੇ ਉਹ ਉਸ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਕਿਸੇ ਵੀ ਹੁਕਮ ਮੰਨਣ ਤੋਂ ਹੁਣ ਪਿੱਛੇ ਹਟਣ ਦਾ ਮੌਕਾ ਨਹੀਂ ਹੱਥੋਂ ਜਾਣ ਦੇਵਾਂਗੇ। ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਲਈ ਦੋਵੇਂ ਭਰਾ ਪਿੱਛੇ ਗਏ। ਜਦ ਸਤਿਗੁਰੂ ਜੀ ਦੇ ਸਾਹਮਣੇ ਹੋਏ ਤਾਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਜਰਮਨ ਮੇਰਾ ਇੱਕ ਸਿੱਖ ਰਹਿੰਦਾ ਹੈ, ਉਸਨੂੰ ਇੱਕ ਹਲਵਾਈ ਦੀ ਜ਼ਰੂਰਤ ਹੈ, ਤੁਸੀਂ ਉਸਨੂੰ ਹਲਵਾਈ ਦੇ ਸਕਦੇ ਹੋ। ਇੰਨਾ ਕਹਿ ਹੁਕਮ ਕੀਤਾ, ਲਓ ਤੁਸੀਂ ਆਪ ਹੀ ਸਿੱਧੀ ਗੱਲ ਕਰ ਲਓ। ਸੇਵਕ ਰਛਪਾਲ ਸਿੰਘ ਨੇ ਜਰਮਨ ਝੱਟ ਫੋਨ ਮਿਲਾਇਆ ਤੇ ਉਹ ਫੋਨ ਕਵਲਜੀਤ ਸਿੰਘ ਨੂੰ ਫੜਾ ਦਿੱਤਾ। ਕਵਲਜੀਤ ਸਿੰਘ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਅੱਗੋਂ ਕਿਹਾ, ਸਾਨੂੰ ਹਲਵਾਈ ਨਹੀਂ, 500 ਡੱਬਾ ਬਰਫੀ ਦਾ 1 ਹਫ਼ਤੇ ਦਾ ਚਾਹੀਦਾ ਹੈ। ਸਾਧ ਸੰਗਤ ਜੀ, ਕਵਲਜੀਤ ਸਿੰਘ ਦਾ ਇਹ ਬਿਜ਼ਨਸ ਕਾਫੀ ਦੇਰ ਤੱਕ ਚੱਲਿਆ ਤੇ ਉਸ ਨੂੰ ਇਸ ਤੋਂ ਬਹੁਤ ਪੈਸਾ ਮਿਲਿਆ। ਇਹ ਸੀ ਸ਼੍ਰੀ ਸਤਿਗੁਰੂ ਜੀ ਤੇ ਕਿੰਤੂ ਪਰੰਤੂ ਨਾ ਕਰਕੇ ਮਾਇਆ ਅਰਪਣ ਕਰਨ ਦਾ ਫਲ। ਸਤਿਗੁਰੂ ਜੀ ਨੇ ਆਪ ਹੀ ਮਾਇਆ ਦੇ ਕੇ ਆਪ ਹੀ ਲੈਣੀ ਹੁੰਦੀ ਹੈ। ਅਸੀਂ ਤੇ ਐਵੇਂ ਹੀ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਅਸੀਂ ਪਤਾ ਨਹੀਂ ਕੀ ਕੁਝ ਦੇ ਰਹੇ ਹਾਂ। ਸਤਿਗੁਰੂ ਜਗਜੀਤ ਸਿੰਘ ਜੀ ਨੇ ਕਵਲਜੀਤ ਸਿੰਘ ਤੇ ਉਸਦੇ ਭਰਾ ਤੇ ਪਿਤਾ ਨੂੰ ਇੱਕ ਸਾਖੀ ਸੁਣਾਈ। ਇਹ ਸਾਖੀ ਅਟਲ ਪ੍ਰਤਾਪੀ ਸਾਧੂ ਪ੍ਰਤਾਪ ਸਿੰਘ ਜੀ ਦੇ ਸਮੇਂ ਦੀ ਹੈ। ਸ਼੍ਰੀ ਸਾਧੂ ਪ੍ਰਤਾਪ ਸਿੰਘ ਜੀ ਨੇ ਸ਼੍ਰੀ ਸਤਿਗੁਰੂ ਹਰੀ ਸਿੰਘ ਜੀ ਵਾਲੀ ਕੋਠੀ ਦੀ ਥੋੜ੍ਹੀ ਬਹੁਤ ਮੁਰੰਮਤ ਕਰਾਉਣੀ ਸੀ। ਸੇਠ ਇਕੱਠੇ ਹੋਏ ਸਨ। ਪਾਤਸ਼ਾਹ ਜੀ ਨੇ ਹੁਕਮ ਕੀਤਾ, ਕੋਠੀ ਦੀ ਮੁਰੰਮਤ ਲਈ 2000 ਰੁਪਈਆ ਚਾਹੀਦਾ ਹੈ। ਸਾਰੇ ਸੇਠ ਚੁੱਪ ਕਰ ਰਹੇ। ਉਸ ਵਕਤ 2000 ਰੁਪਈਆ ਬਹੁਤ ਜ਼ਿਆਦਾ ਹੁੰਦਾ ਸੀ। ਐਨੇ ਨੂੰ ਉੱਥੇ ਸੇਠ ਦਾ ਇੱਕ ਲੜਕਾ ਨਰਾਇਣ ਸਿੰਘ, ਜਿਸ ਦਾ ਨਾਮ ਸੀ, ਬੈਠਾ ਸੀ। ਉਹਦੇ ਮਨ ਵਿੱਚ ਪਤਾ ਨਹੀਂ ਕੀ ਵਿਚਾਰ ਆਇਆ। ਉਸ ਨੂੰ ਸਤਿਗੁਰੂ ਜੀ ਨੇ ਪਤਾ ਨਹੀਂ ਕੀ ਜਣਾਇਆ। ਉਹ ਛੇਤੀ ਨਾਲ ਉੱਠਿਆ। ਉਸਨੇ ਪਾਤਸ਼ਾਹ ਜੀ ਦੀ ਜੇਬ ਵਿੱਚ 2000 ਰੁਪਏ ਪਾਏ ਤੇ ਬੇਨਤੀ ਕੀਤੀ, ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਪੈਸੇ ਦਿੱਤੇ ਹਨ। ਮਿਹਰਬਾਨ ਸ਼੍ਰੀ ਸਾਧੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ, ਓਏ ਤੂੰ ਤੇ ਸੇਠਾਂ ਦਾ ਵੀ ਸੇਠ ਨਿਕਲਿਆ। ਵਾਕਿਆ ਹੀ ਉਹ ਕਾਕਾ ਨਰਾਇਣ ਸਿੰਘ ਸੇਠਾਂ ਦਾ ਸੇਠ ਬਣ ਗਿਆ। ਕੰਮਕਾਰ ਬਹੁਤ ਫੈਲ ਗਿਆ। ਵਰ ਜੋ ਮਿਲਿਆ ਸੀ, ਪਰ ਇਹ ਵਰ ਸੰਭਾਲਣਾ ਵੀ ਬੜਾ ਔਖਾ ਹੈ। ਉਸ ਕੋਲੋਂ ਇਹ ਵਰ ਸੰਭਾਲਿਆ ਹੀ ਨਾ ਗਿਆ। ਉਸ ਦੇ ਪਤਨ ਦੀ ਵੀ ਵਾਰੀ ਆ ਗਈ ਸੀ। ਸ਼੍ਰੀ ਜੀਵਨ ਨਗਰ ਸਾਧੂ ਸੱਚੇ ਪਾਤਸ਼ਾਹ ਜੀ ਨੇ ਜ਼ਮੀਨ ਖਰੀਦਣੀ ਸੀ।
ਪਾਤਸ਼ਾਹ ਜੀ ਨੇ ਸੇਠ ਜੀ ਨੂੰ ਹੁਕਮ ਕੀਤਾ, ਸੇਠ ਨਾਰਾਇਣ ਸਿੰਘ ਜੀ, ਆਹ ਜੀਵਨ ਨਗਰ ਵਾਲੀ ਜ਼ਮੀਨ ਖਰੀਦਣੀ ਹੈ। ਸੇਠ ਨੂੰ ਵਾਰ ਨਾ ਪਚਿਆ, ਉਹਨਾਂ ਆਖਿਆ ਪੈਸੇ ਦਿਓ। ਜਿਉਂ ਹੀ ਸੇਠ ਨਾਰਾਇਣ ਸਿੰਘ ਨੇ ਜ਼ਮੀਨ ਦੇ ਪੈਸੇ ਮੰਗੇ ਤਾਂ ਸੱਚੇ ਪਾਤਸ਼ਾਹ ਸ੍ਰੀ ਸਾਗੂ ਪ੍ਰਤਾਪ ਸਿੰਘ ਜੀ ਦੀ ਰਸਨਾ 'ਚੋਂ ਨਿਕਲਿਆ, ਮੈਂ ਤਾਂ ਤੁਹਾਨੂੰ ਸੇਠਾਂ ਦੇ ਵੀ ਸੇਠ ਸਮਝਦਾ ਸੀ ਤੇ ਤੁਸੀਂ ਤੇ ਬੰਦਿਆਂ ਵਿੱਚੋਂ ਵੀ ਬੰਦੇ ਨਹੀਂ। ਬਸ ਫਿਰ ਕੀ ਸੀ, ਸੇਠ ਨਾਰਾਇਣ ਸਿੰਘ ਜੀ ਦੀ ਗਿਰਾਵਟ ਦਾ ਸਮਾਂ ਆ ਚੁੱਕਾ ਸੀ। ਸੇਠ ਨੂੰ ਘਾਟੇ ਤੇ ਘਾਟੇ ਪੈਣ ਲੱਗੇ। ਕੋਠੀਆਂ, ਕਾਰਾਂ, ਦੁਕਾਨਾਂ ਸਭ ਵਿਕ ਗਈਆਂ। ਸੇਠ ਜੀ ਇੱਕ ਨਿੱਕੇ ਜਿਹੇ ਮਕਾਨ ਵਿੱਚ ਕਿਰਾਏ 'ਤੇ ਆ ਗਏ। ਮਕਾਨ ਵੀ ਉਸ ਵਿੱਚ ਜਿਹੜਾ ਇੱਕ ਨਾਲੇ ਦੇ ਉੱਪਰ ਸੀ। ਸੇਠ ਜੀ ਨੇ ਆਪਣੇ ਅੰਤਿਮ ਸਵਾਸ ਉੱਥੇ ਹੀ ਪੂਰੇ ਕੀਤੇ। ਸੋ ਸਾਧ ਸੰਗਤ ਜੀ, ਮਿਹਰਬਾਨ ਸਤਿਗੁਰੂ ਮਿਹਰ ਕਰਦਾ ਹੈ ਤਾਂ ਮਾਇਆ ਨੂੰ ਹੁਕਮ ਦਿੰਦਾ ਹੈ ਕਿਸੇ ਕੋਲ ਜਾਣ ਲਈ। ਬੰਦਾ ਕਦੇ ਨਾ ਸੋਚੇ ਕਿ ਇਹ ਮਾਇਆ ਉਸ ਦੀ ਹੈ, ਮਾਇਆ ਸਤਿਗੁਰ ਦੀ ਹੈ। ਸੋ ਸਤਿਗੁਰ ਨੂੰ ਤਾਂ ਹਮੇਸ਼ਾ ਧੰਨ ਹੀ ਕਹਿਣਾ ਚਾਹੀਦਾ ਹੈ। ਇਸ 'ਤੇ ਸੰਤ ਕੰਵਲਜੀਤ ਸਿੰਘ, ਉਹਨਾਂ ਦੇ ਭਰਾ ਸੂਬਾ ਜੀ ਤੇ ਪਿਤਾ ਸੰਤ ਕਰਤਾਰ ਸਿੰਘ ਪਨੇਸਰ ਨੇ ਹੱਥ ਜੋੜ ਲਏ ਕਿ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਰੱਖਣਾ ਹਮੇਸ਼ਾ, ਇਸ ਤਰ੍ਹਾਂ ਨਾ ਕਰਨਾ ਜੀ। ਤਾਂ ਪਾਤਸ਼ਾਹ ਸ੍ਰੀ ਸਾਗੂ ਜਗਜੀਤ ਸਿੰਘ ਜੀ ਨੇ ਬਚਨ ਕੀਤਾ, ਇਸੇ ਕਰਕੇ ਤਾਂ ਮੈਂ ਤੁਹਾਨੂੰ ਸਾਰਿਆਂ ਤੋਂ ਉਲਾਂਭੇ ਕਰਕੇ ਇਹ ਦੱਸਿਆ ਹੈ। ਤੁਹਾਨੂੰ ਮੈਂ ਆਪਣੇ ਸਮਝਦਾ ਹਾਂ। ਕੰਵਲਜੀਤ ਸਿੰਘ ਦੀ ਪਿੱਠ 'ਤੇ ਆਪਣਾ ਪਵਿੱਤਰ ਹਸਤ ਕੰਵਲ ਫੇਰਦਿਆਂ ਬਾਣੀ ਦੀ ਤੁਕ ਪੜ੍ਹੀ, ਬਾਹਰ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਦੇ ਮਾਇਆ। ਨਾਲ ਹੀ ਆਸ਼ੀਰਵਾਦ ਦਿੱਤਾ, ਇਸ ਤਰ੍ਹਾਂ ਨਹੀਂ ਸੋਚਣਾ, ਤੁਸੀਂ ਮੇਰੇ ਆਪਣੇ ਹੋ। ਧੰਨ 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 ਹਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ।